बादल परिवार तो कह रहे हैं भी जिहड़ा दोषी आ उन्होंने सूली ते टंग दो। ये फिर कैप्टन साहब ਨੂੰ ਟੰਗ ਦੇਣਾ ਚਾਹੀਦਾ ਹੈ ਕਿਉਂਕਿ ਦੋਸ਼ੀ ਬਾਦਲ ਕੇ ਹੈ। ਕੈਪਟਨ ਸਾਹਿਬ ਬਾਦਲਾਂ ਦੇ ਯਾਰ ਨੇ, ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ। ਉਹਨਾਂ ਨੂੰ ਗੁਰੂ ਗ੍ਰੰਥ, ਗੁਰੂ ਪੰਥ ਤੇ ਕਾਇਦੇ ਕਾਨੂੰਨ ਭਾਵਨਾਵਾਂ ਤੋਂ ਵੱਧ ਜੇ ਕੋਈ ਪਿਆਰਾ ਹੈ ਤੇ ਉਹਨੂੰ ਬਾਦਲ ਪਰਿਵਾਰ ਪਿਆਰਾ ਲੱਗ ਰਿਹਾ। ਉਹਨਾਂ ਦੇ ਲਿਫਾਫਿਆਂ ਚੋਂ ਨਿਕਲੇ ਹੋਏ ਜਥੇਦਾਰ ਮੈਂਬਰ ਤੇ ਆ ਜੋ ਵੀ ਉਹ ਸਾਰਾ ਢਾਂਚਾ ਸ਼੍ਰੋਮਣੀ ਕਮੇਟੀ ਦਾ ਬਣਦਾ ਹੈ। ਜਦੋਂ ਜਿੰਨਾ ਚਿਰ ਸਿਆਸੀ ਲੋਕ ਰਹਿਣਗੇ ਕਾਬਜ, ਉਹਨਾਂ ਚਿਰ ਉਹ ਕਹਿੰਦੇ ਨੇ ਭੰਡਾ ਭੰਡੋਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ ਦੂਜੀ ਤਿਆਰ, ਇੱਦਾਂ ਹੀ ਚੱਲਦਾ ਰਹਿਣਾ। डाला जी किस तरह देख रहे हो? 4.5 साल का अरसा हो गया, अजे तक कोई नतीजा ही नहीं निकलिया। ਵੋਟਾਂ ਵੀ ਉਹ ਰੱਦ ਕਰ ਦਿੰਦੇ ਨੇ ਸਾਰਾ ਕੁਛ, ਤੇ ਸਿੱਟ ਨਵੇਂ ਸਿਰਿਓਂ 2-3 ਵਾਰੀ ਬਣ ਚੁੱਕੀ ਹੈ। ਤੇ ਇੱਥੇ ਸਾਫ਼ ਹੈ ਕਿ ਜਿਨ੍ਹਾਂ ਨੇ ਇਨਸਾਫ ਦੇਣਾ ਸੀ ਉਹਨਾਂ ਨੇ ਸਾਨੂੰ ਮਾਰਨ ਦੀ ਠਾਣੀ ਹੋਈ ਹੈ। ਉਦੋਂ ਵਿਜੇ ਪ੍ਰਤਾਪ ਨੇ ਵੀ ਅਸਤੀਫਾ ਸੌਂਪ ਦਿੱਤਾ, ਕਿਸ ਤਰ੍ਹਾਂ ਦੇਖਦੇ ਹੋ? ਕਿਹੜੀਆਂ ਦੇਖ ਕੇ ਹੋਏ ਉਹਨਾਂ ਨੇ ਅਸਤੀਫਾ ਦਿੱਤਾ? ਉਹਨਾਂ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਤੇ ਇਸੇ ਤਰ੍ਹਾਂ ਕਿਸੇ ਤੋਂ ਅਸਤੀਫਾ ਲੈ ਲਿਆ ਤੇ ਕਿਸੇ ਨੂੰ ਸਾਡੇ ਵਰਗਿਆਂ ਤੋਂ ਧੱਕੇ ਨਾਲ ਦਰਬਾਰ ਸਾਹਿਬ ਚੋਂ ਕੱਢ ਦਿੱਤਾ ਕਿ ਸਾਨੂੰ ਉੱਥੋਂ ਇਸੇ ਕਰਕੇ ਸਾਨੂੰ ਵੀ ਤਾਂ ਸੱਚ ਬੋਲਣ 'ਤੇ ਕੱਢਿਆ ਗਿਆ ਨਾ। ਜਿਹੜਾ ਬਾਦਲ ਕੋੜਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾੜ ਕੇ ਨਲੀਆਂ ਗਲੀਆਂ 'ਚ ਨਾਲੀਆਂ 'ਚ ਰੋਲ ਸਕਦਾ ਹੈ ਤੇ ਪੰਜਾਬ ਸਰਕਾਰ ਦਾ ਕੈਪਟਨ ਸਾਹਿਬ ਉਹਨੂੰ ਬਚਾ ਸਕਦਾ ਹੈ, ਤੇ ਇਹਨਾਂ ਲਈ ਕੋਵਰ ਸਾਹਿਬ ਦੀ ਰਿਪੋਰਟ ਨੂੰ ਰੱਦ ਕਰਾਉਣਾ ਜਾਂ ਜੋਰਾ ਸਿੰਘ ਮਾਨ ਦੀ ਰਿਪੋਰਟ ਨੂੰ 5 ਰੁਪਈਆਂ 'ਚ ਵੇਚਣਾ ਕਿੱਡੀ ਕੁ ਵੱਡੀ ਗੱਲ ਹੋ ਸਕਦੀ। ਕੋਟਕਪੁਰਾ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਨੂੰ 4.5 ਸਾਲ ਦਾ ਅਰਸਾ ਹੋ ਗਿਆ, ਪਰ ਸਰਕਾਰਾਂ ਵੱਲੋਂ ਇਨਸਾਫ ਨਹੀਂ ਦਿਵਾਇਆ ਗਿਆ। ਸਾਡੇ ਨਾਲ ਬਾਈ ਬਲਦੇਵ ਸਿੰਘ ਬਡਾਲਾ ਜੀ ਨੇ। ਬਡਾਲਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ? 4.5 ਸਾਲ ਦਾ ਅਰਸਾ ਹੋ ਗਿਆ, ਅਜੇ ਤੱਕ ਕੋਈ ਨਤੀਜਾ ਹੀ ਨਹੀਂ ਨਿਕਲਿਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਸੇ ਤਰ੍ਹਾਂ ਹੀ ਵੇਖਦਾ ਹਾਂ ਜਿਸ ਤਰ੍ਹਾਂ ਮੇਰਾ ਗੁਰੂ ਵੇਖਦਾ ਹੈ। ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਜਦੋਂ ਕਿਸੇ ਨੂੰ ਕੋਈ ਧਾਰਮਿਕ, ਰਾਜਨੀਤਿਕ, ਆਰਥਿਕ ਜਾਂ ਸਮਾਜਿਕ ਬੰਦੇ ਨੂੰ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਪੁਲਿਸ ਪ੍ਰਸ਼ਾਸਨ, ਅਦਾਲਤਾਂ ਅਤੇ ਸਰਕਾਰ ਕੋਲੇ ਜਾਂਦਾ ਹੈ ਇਨਸਾਫ ਵਾਸਤੇ। ਅਤੇ ਇਹ ਕਹਿ ਲਈਏ ਕਿ ਮਾਂ ਰੱਖਣਾ ਚਾਹੇ, ਸੰਸਾਰ ਮਾਰਨਾ ਚਾਹਵੇ ਤਾਂ ਕੋਈ ਮਾਰ ਨਹੀਂ ਸਕਦਾ। ਸੰਸਾਰ ਬਚਾਉਣਾ ਚਾਹਵੇ ਤੇ ਮਾਂ ਮਾਰਨਾ ਚਾਹਵੇ ਤੇ ਬਚਾ ਇੱਥੇ ਵੀ ਕੋਈ ਨਹੀਂ। ਜਿਉ ਮਾਂ ਪੁੱਤੇ ਵਿਸਦੇ ਤਿਸ ਤੇ ਕਿਸ ਪਿਆਰਾ। ਤੇ ਇੱਥੇ ਮੈਂ ਕਹਿ ਸਕਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਨਸਾਫ ਦੇਣਾ ਸੀ, ਕੈਪਟਨ ਸਰਕਾਰ, ਪੁਲਿਸ ਪ੍ਰਸ਼ਾਸਨ ਤੇ ਹੇਠਲੀਆਂ ਅਦਾਲਤਾਂ ਜਾਂ ਹਾਈ ਕੋਰਟ ਵਰਗੇ ਜਿਹੜੇ ਬੈਠੇ ਹੋਏ ਜੱਜ ਨੇ, ਪਰ ਜਦੋਂ ਉਹਨਾਂ ਨੇ ਠਾਣ ਲਿਆ ਹੈ ਕਿ ਅਸੀਂ ਰਿਪੋਰਟਾਂ ਵੀ ਉਹ ਰੱਦ ਕਰ ਦਿੰਦੇ ਨੇ ਸਾਰਾ ਕੁਛ, ਤੇ ਸਿੱਟ ਨਵੇਂ ਸਿਰਿਓਂ 2-3 ਵਾਰੀ ਬਣ ਚੁੱਕੀ ਹੈ। ਤੇ ਇੱਥੇ ਸਾਫ਼ ਹੈ ਕਿ ਜਿਨ੍ਹਾਂ ਨੇ ਇਨਸਾਫ ਦੇਣਾ ਸੀ ਉਹਨਾਂ ਨੇ ਸਾਨੂੰ ਮਾਰਨ ਦੀ ਠਾਣੀ ਹੋਈ ਹੈ। ਤੇ ਉਹੀ ਗੱਲ ਕਹਾਂਗਾ ਵੀ ਅੱਜ ਵਾੜ ਖੇਤ ਨੂੰ ਖਾਣ ਲੱਗ ਗਈ, ਉਲਟੀ ਵਾੜ ਖੇਤ ਕੋ ਖਾਈ। ਰਾਜੇ ਜਿਹੜੇ ਨੇ ਉਹ ਪਾਪ ਕਰ ਰਹੇ ਆ, ਇਨਸਾਫ ਦੀ ਜਗ੍ਹਾ ਪਾਪ ਦੀ ਜੰਜ ਚਾੜੀ ਬੈਠੇ ਆ। ਤੇ ਸਾਨੂੰ ਇਹਨਾਂ ਤੋਂ ਇਸ ਕਰਕੇ ਕੋਈ ਆਸ ਨਹੀਂ ਦਿਸਦੀ, ਕਿਉਂਕਿ ਜਿਨ੍ਹਾਂ ਨੇ ਇਨਸਾਫ ਦੇਣਾ ਸੀ ਉਹ ਇਨਸਾਫ ਦਾ ਕਤਲ ਕਰਨ ਦੀ ਹਰ ਕੋਝੀ ਜਿਹੜੀ ਆ ਉਹ ਢੰਗ ਤਰੀਕਾ ਵਰਤ ਰਹੇ। ਕੋਵਰ ਵਿਜੇ ਪ੍ਰਤਾਪ ਨੇ ਵੀ ਅਸਤੀਫਾ ਸੌਂਪ ਦਿੱਤਾ, ਕਿਸ ਤਰ੍ਹਾਂ ਦੇਖਦੇ ਹੋ? ਕਿਹੜੀਆਂ ਦੇਖ ਕੇ ਹੋਏ ਉਹਨਾਂ ਨੇ ਅਸਤੀਫਾ ਦਿੱਤਾ? ਦੇਖੋ, ਜਦੋਂ ਕੋਈ ਸੱਚ ਦੇ ਮਾਰਗ 'ਤੇ ਤੁਰਦਾ ਹੈ ਨਾ, ਅਤੇ ਕਈ ਕੁਛ ਹੀ ਉਹਦੇ ਲਈ ਰਸਤੇ 'ਚ ਰੁਕਾਵਟਾਂ, ਨੌਕਰੀਆਂ, ਅਹੁਦੇ, ਬਹੁਤ ਕੁਝ ਭੇਡ ਚੜ੍ਹ ਜਾਂਦਾ। ਜਿਹੜੇ ਸੱਚ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ ਫਿਰ ਉਹ ਪਰਵਾਹ ਨਹੀਂ ਕਰਦੇ ਨੌਕਰੀਆਂ ਦੀ, ਪਰ ਉਹ ਗੁਲਾਮੀ ਨੂੰ ਇੱਕ ਪਾਸੇ ਰੱਖ ਕੇ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਤੇ ਨਾ ਕਿਤੇ ਖਿਆਲ ਕੀਤਾ ਵਰਦੀ ਦਾ, ਕਾਨੂੰਨ ਦਾ, ਸੱਚ ਦਾ, ਭਾਵਨਾਵਾਂ ਦਾ। ਉਹਦੇ ਬਦਲੇ 'ਚ ਕੋਵਰ ਦੀ ਕੁਰਬਾਨੀ ਤਾਂ ਦਿੱਤੀ ਜਾ ਸਕਦੀ ਸੀਗੀ, ਪਰ ਸੱਚ ਦੀ ਕੁਰਬਾਨੀ ਨਹੀਂ ਦਿੱਤੀ ਜਾ ਸਕਦੀ। ਅਤੇ ਉਹ ਜੇ ਉਹਨਾਂ ਨੇ ਉਹ ਕਾਰਜ ਕੀਤਾ ਤਾਂ ਉਹ ਮੁਬਾਰਕਬਾਦ ਵੀ ਉਹਨਾਂ ਨੇ ਸੱਚ ਬੋਲਣ ਦੀ ਹਿੰਮਤ ਕੀਤੀ।
ਤੇ ਇਸੇ ਤਰ੍ਹਾਂ ਕਿਸੇ ਤੋਂ ਅਸਤੀਫਾ ਲੈ ਲਿਆ ਤੇ ਕਿਸੇ ਨੂੰ ਸਾਡੇ ਵਰਗਿਆਂ ਤੋਂ ਧੱਕੇ ਨਾਲ ਦਰਬਾਰ ਸਾਹਿਬ ਚੋਂ ਕੱਢ ਦਿੱਤਾ ਕਿ ਸਾਨੂੰ ਉੱਥੋਂ ਇਸੇ ਕਰਕੇ ਸਾਨੂੰ ਵੀ ਤਾਂ ਸੱਚ ਬੋਲਣ 'ਤੇ ਕੱਢਿਆ ਗਿਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸ਼ਰਾਬ ਮੀਟ ਦਾ ਸੇਵਨ ਕਰਕੇ ਉਲਟੀਆਂ ਕਰਨ, ਮਹਾਰਾਜ ਜੀ ਦਾ ਸਰੂਪ ਕਿੱਥੇ ਰੋੜ ਆਉਣ ਪਤਾ ਕੋਈ ਨਹੀਂ। ਉਹ ਗੱਲ ਅਸੀਂ ਪੁੱਛੀਏ ਤਾਂ ਉਹ ਖਿਲਾਫ ਜਾਂਦੀ ਹੈ। ਇਸ ਲਈ ਇਹਨਾਂ ਨੂੰ ਦਰਬਾਰ ਸਾਹਿਬ ਚੋਂ ਕੱਢ ਦਿਓ। ਤੇ ਉੱਥੇ ਫਿਰ ਸਾਨੂੰ ਗੁਰੂ ਪਿਆਰਾ ਹੈ, ਸੱਚ ਪਿਆਰਾ ਹੈ। ਤੇ ਬੇਨਤੀ ਕਰਾਂਗਾ ਜਿਹੜੇ ਸੱਚ ਦੇ ਪਿਆਰ ਕਰਨ ਵਾਲੇ ਹੁੰਦੇ ਨੇ ਉਹ ਅਹੁਦਿਆਂ ਦੀ ਡਿਗਰੀਆਂ ਦੀ ਪਰਵਾਹ ਨਹੀਂ ਕਰਦੇ, ਉਹ ਸੱਚ ਦੇ ਮਾਰਗ ਤੇ ਤੁਰਦੇ ਆ। ਜਿੱਥੋਂ ਤੱਕ ਰਿਪੋਰਟ ਦਾ ਮਸਲਾ ਹੈ, ਜਿਹੜਾ ਬਾਦਲ ਕੋੜਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾੜ ਕੇ ਨਲੀਆਂ ਗਲੀਆਂ 'ਚ ਨਾਲੀਆਂ 'ਚ ਰੋਲ ਸਕਦਾ ਹੈ ਤੇ ਪੰਜਾਬ ਸਰਕਾਰ ਦਾ ਕੈਪਟਨ ਸਾਹਿਬ ਉਹਨੂੰ ਬਚਾ ਸਕਦਾ ਹੈ ਤੇ ਇਹਨਾਂ ਲਈ ਕੋਵਰ ਸਾਹਿਬ ਦੀ ਰਿਪੋਰਟ ਨੂੰ ਰੱਦ ਕਰਾਉਣਾ ਜਾਂ ਜੋਰਾ ਸਿੰਘ ਮਾਨ ਦੀ ਰਿਪੋਰਟ ਨੂੰ 5 ਰੁਪਈਆਂ 'ਚ ਵੇਚਣਾ ਕਿੱਡੀ ਕੁ ਵੱਡੀ ਗੱਲ ਹੋ ਸਕਦੀ, ਜਿਨ੍ਹਾਂ 'ਚ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਸ਼ਖਸੀਅਤ ਜਿਹੜੀ ਹੈ ਜਿਹਨੂੰ ਸੁਪਰੀਮ ਕੋਰਟ ਨੇ ਵੀ ਮੰਨਿਆ ਹੋਇਆ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਾਨਵਤਾ ਪਿਆਰ ਕਰਦੀ ਹੈ। ਜੇ ਉਸ ਗੁਰੂ ਗ੍ਰੰਥ ਸਾਹਿਬ ਲਈ ਇਹਨਾਂ ਦੇ ਅੰਦਰ ਕੋਈ ਭਾਵਨਾ ਕੋਈ ਪਿਆਰ ਨਹੀਂ ਤਾਂ ਇਹਨਾਂ ਦੀਆਂ ਰਿਪੋਰਟਾਂ ਪਾੜਨੀਆਂ ਕਰਨੀਆਂ ਇਹਨਾਂ ਲਈ ਕੋਈ ਗੱਲਾਂ ਮੈਨੇ ਨਹੀਂ ਰੱਖਦੀਆਂ। ਬਾਦਲ ਪਰਿਵਾਰ ਤਾਂ ਕਹਿ ਰਿਹਾ ਵੀ ਜਿਹੜਾ ਦੋਸ਼ੀ ਆ ਉਹਨੂੰ ਸੂਲੀ 'ਤੇ ਟੰਗ ਦਿਓ, ਕਿਸ ਤਰ੍ਹਾਂ ਦੇਖਦੇ ਹੋ? ਇਹ ਫਿਰ ਕੈਪਟਨ ਸਾਹਿਬ ਨੂੰ ਟੰਗ ਦੇਣਾ ਚਾਹੀਦਾ ਹੈ ਕਿਉਂਕਿ ਦੋਸ਼ੀ ਬਾਦਲ ਕੇ ਹੈ, ਮੰਨੀ ਬੈਠੇ ਆ। ਉਸ ਦੇ ਵਿੱਚ ਵੀ ਆ ਰਹੇ ਨੇ ਗੋਲੀਆਂ ਇਹਨਾਂ ਦੇ ਹੁਕਮ ਨਾਲ ਚੱਲਦੀਆਂ ਨੇ। ਜੇ ਬਾਹਰੋਂ ਦੂਜਾ ਕੋਈ ਬੰਦਾ ਕਿਸੇ ਦਾ ਕਤਲ ਕਰਦਾ ਤੇ ਉਹਨੂੰ ਜੇਲ੍ਹ ਜਾਣਾ ਪੈਂਦਾ, ਇਹਨਾਂ 'ਤੇ ਕਤਲ ਹੀ ਬੜੇ ਕਰ ਦਿੱਤੇ, ਇਹਨਾਂ ਨੂੰ ਵੀ ਜਾਣਾ ਚਾਹੀਦਾ। ਇਸ ਲਈ ਜੇ ਉਹ ਕਹਿ ਰਹੇ ਨੇ ਵੀ ਦੋਸ਼ੀ ਜੇਲ੍ਹ 'ਚ ਜਾਣੇ ਚਾਹੀਦੇ ਨੇ ਤੇ ਘੱਲੋ, ਤੇ ਫਿਰ ਕੈਪਟਨ ਸਾਹਿਬ ਨੂੰ ਘੱਲ ਦੇਣੇ ਚਾਹੀਦੇ ਆ। ਤੇ ਜੇ ਕੈਪਟਨ ਸਾਹਿਬ ਉਹਨਾਂ ਨੂੰ ਜੇਲ੍ਹ 'ਚ ਨਹੀਂ ਘੱਲ ਰਹੇ ਤੇ ਫਿਰ ਸਪਸ਼ਟ ਹੈ ਕਿ ਜਿਹੜੀ ਕੈਪਟਨ ਦੀ ਸਰਕਾਰ ਹੈ ਉਹ ਬਾਦਲ ਕੇ ਆਪਣੀ ਜੇਬ 'ਚ ਪਾ ਕੇ ਤੇ ਹੁਣ ਬਾਦਲ ਕਿਆਂ ਨੂੰ ਮਸ਼ਕਰੀਆਂ ਕਰ ਰਿਹਾ ਹੈ ਵੀ ਦੋਸ਼ੀਆਂ ਨੂੰ ਫੜਦਾ ਕਿਉਂ ਨਹੀਂ, ਫੜਨਾ ਜੇ ਹਿੰਮਤ ਹੈ। ਇਹਦਾ ਮਤਲਬ ਸਾਫ਼ ਹੈ ਕਿ ਦੋਸ਼ੀ ਬਾਦਲ ਕੇ ਨੇ ਪਰ ਕੈਪਟਨ ਸਰਕਾਰ ਬਾਦਲਾਂ ਦੀ ਜੇਬ ਵਿੱਚ ਹੈ, ਜਿਹਦੇ ਕਰਕੇ ਉਹ ਕਹਿ ਰਹੇ ਨੇ ਦੋਸ਼ੀ ਫੜ, ਦੋਸ਼ੀ ਉਹ ਆਪ ਨੇ। ਸਰਕਾਰ ਚਾਹੇ ਤਾਂ 5 ਦਿਨ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕਦੀ ਆ, 4.5 ਸਾਲ ਦਾ ਅਰਸਾ ਹੋ ਗਿਆ। ਸਰਕਾਰ ਚਾਹਵੇ ਤਾਂ 5 ਦਿਨ ਬਹੁਤ ਹੁੰਦੇ ਨੇ, ਇਹਨਾਂ ਨੂੰ ਤਾਂ 5 ਮਿੰਟ ਦੇ ਦਿਓ ਬਹੁਤ ਹੁੰਦੇ ਨੇ, ਆਰਡਰ ਹੀ ਚੜ੍ਹਨੇ ਆ ਨਾ। ਕੁੱਲ ਮਿਲਾ ਕੇ ਕੈਪਟਨ ਸਾਹਿਬ ਬਾਦਲਾਂ ਦੇ ਯਾਰ ਨੇ, ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ। ਉਹਨਾਂ ਨੂੰ ਗੁਰੂ ਗ੍ਰੰਥ, ਗੁਰੂ ਪੰਥ ਤੇ ਕਾਇਦੇ ਕਾਨੂੰਨ ਭਾਵਨਾਵਾਂ ਤੋਂ ਵੱਧ ਜੇ ਕੋਈ ਪਿਆਰਾ ਹੈ ਤੇ ਉਹਨੂੰ ਬਾਦਲ ਪਰਿਵਾਰ ਪਿਆਰਾ ਲੱਗ ਰਿਹਾ। ਇਸ ਲਈ ਕੈਪਟਨ ਸਾਹਿਬ ਹੁਣ ਗੁਰੂ ਪੰਥ ਦੇ ਸਿੱਖ ਨਹੀਂ ਆ, ਉਹ ਬਾਦਲਾਂ ਦੇ ਸਿੱਖ ਬਣ ਕੇ ਰਹਿ ਗਏ ਆ ਤੇ ਇਸ ਲਈ ਸਾਨੂੰ ਉਹਨਾਂ ਤੋਂ ਕੋਈ ਆਸ ਨਹੀਂ ਹੈ। ਚਾਹੁਣ ਤਾਂ ਜੇ ਇੱਥੇ ਕਿਤੇ ਆਪਾਂ ਖਾਲਿਸਤਾਨ ਕਿਸੇ ਕੰਧ 'ਤੇ ਵੈਸੇ ਲਿਖ ਦਿੰਦੇ ਆ 5 ਮਿੰਟਾਂ ਤੋਂ ਪਹਿਲਾਂ ਮੇਰਾ ਟੱਬਰ ਚੁੱਕ ਲੈਣਗੇ ਜੀ ਇਹ ਖਾਲਿਸਤਾਨੀ। ਹੋਰ ਕੋਈ ਇੱਦਾਂ ਦੀ ਗੱਲ ਕਰ ਦਿਓ, ਜੂਏ ਪੀਏ ਦਾ ਕੇਸ ਪਾ ਕੇ ਅੰਦਰ ਕਰ ਦਿਓ, ਪਰ ਇੱਥੇ ਸਾਰਾ ਕੁਛ ਸਾਹਮਣੇ ਆ, ਉਹਦੇ ਬਾਵਜੂਦ ਜੇ ਕਾਰਵਾਈ ਨਹੀਂ ਹੋ ਰਹੀ ਤਾਂ ਸਾਫ਼ ਹੈ ਜੀ ਇਹ ਮਿਲੇ ਹੋਏ ਆ। ਕਿਸ ਤਰ੍ਹਾਂ ਦੇਖ ਰਹੇ ਹੋ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਆਉਣਗੀਆਂ, ਤੁਹਾਡਾ ਯੋਗਦਾਨ ਹੋਏਗਾ? ਹੁਣ ਸਾਡਾ ਯੋਗਦਾਨ ਨਹੀਂ ਹੋਏਗਾ, ਅਸੀਂ ਚੋਣਾਂ ਲੜਾਂਗੇ। ਯੋਗਦਾਨ ਹੁੰਦਾ ਵੀ ਕਿਸੇ ਦੇ ਮਗਰ ਪਾਉਣਾ ਹੈ ਨਾ, ਅਸੀਂ ਤਾਂ ਯੋਗਦਾਨ ਲਵਾਂਗੇ। ਸਮੁੱਚੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਹੈ ਤੇ ਧਾਰਮਿਕ ਅਦਾਰਿਆਂ 'ਚ ਚੋਣਾਂ ਨਹੀਂ ਚਾਹੀਦੀਆਂ। ਚੋਣਾਂ ਨੂੰ ਕੱਢ ਕੇ ਇਲੈਕਸ਼ਨ ਨੂੰ ਸਿਲੈਕਸ਼ਨ ਬਹਾਲੀ ਲਈ ਸਿੱਖ ਸਦਭਾਵਨਾ ਦਲ ਚੋਣਾਂ ਲੜ ਰਿਹਾ ਹੈ। ਕਿਉਂਕਿ ਧਾਰਮਿਕ ਅਦਾਰੇ 'ਚ ਚੋਣਾਂ ਕਿਉਂ? ਨੰਬਰ 2 ਸਰਕਾਰ ਚੋਣਾਂ ਕਿਉਂ ਕਰਾਵੇ? ਨੰਬਰ 3 ਸਿਆਸੀ ਬੰਦੇ ਚੋਣਾਂ ਕਿਉਂ ਲੜਨ? ਤੇ ਨੰਬਰ 4 ਸਾਡਾ ਅਕਾਲ ਤਖਤ ਸਾਹਿਬ ਸਿਆਸੀ ਲੋਕਾਂ ਦੀ ਭੇਟ ਕਿਉਂ ਚੜ੍ਹੇ? ਇਸ ਸਭ ਕਾਹੇ ਦੇ ਹੱਲ ਲਈ ਧਾਰਮਿਕ ਚੋਣ ਹੈ ਤੇ ਧਾਰਮਿਕ ਸਿੱਖ ਸਦਭਾਵਨਾ ਦਲ ਹੈ। ਇਸ ਲਈ ਅਸੀਂ ਤਕੜੇ ਹੋ ਕੇ ਤੁਹਾਡੇ ਤੋਂ ਸਹਿਯੋਗ ਮੰਗਦੇ ਹਾਂ ਕਿ ਸਾਡਾ ਸਹਿਯੋਗ ਕਰੋ ਤਾਂ ਜੋ ਗੁਰਦੁਆਰਿਆਂ ਦੇ ਵਿੱਚੋਂ ਬਾਦਲਕਿਆਂ ਦੀ ਰਾਜਨੀਤੀ ਕੱਢੀਏ, ਸਿੱਖ ਨੀਤੀ ਲਿਆਈਏ, ਨਰੈਣੂ ਭਜਾਈਏ, ਪੰਥ ਰੁਸ਼ਨਾਈਏ ਦੇ ਦਿੱਤੇ ਹੋਕੇ ਨੂੰ ਬੁਲੰਦ ਕੀਤਾ ਜਾ ਸਕੇ। ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬਾਦਲਾਂ ਦੀ ਜਿਹੜੀ ਹੈਗੀ ਆ ਚਿੱਠੀ 'ਚੋਂ ਨਿਕਲਦੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਇੱਕ ਪਾਸੇ ਤਾਂ ਧਾਰਮਿਕ ਸੰਸਥਾ, ਦੂਜੇ ਪਾਸੇ ਪੋਲੀਟੀਕਲ ਵੀ ਵਿੱਚ ਹੀ ਆ।
ਦੇਖੋ ਜੀ ਉਹ ਧਾਰਮਿਕ ਸੰਸਥਾ ਹੈ, ਪਰ ਕਬਜ਼ਾ ਬਾਦਲ ਕਿਆਂ ਦਾ ਨਾ, ਬਾਦਲ ਕਿਆਂ ਦੇ ਕਬਜ਼ਾ ਹੋਣ ਕਰਕੇ ਜਿੰਨੇ ਵੀ ਪ੍ਰਧਾਨ ਨਿਕਲੇ, ਜਥੇਦਾਰ ਨਿਕਲੇ ਨੇ, ਤਖਤਾਂ ਤੇ ਲਾਏ ਹੋਏ ਨੇ, ਉਹ ਸਾਰੇ ਬਾਦਲ ਕਿਆਂ ਦੇ ਲਿਫਾਫੇ 'ਚੋਂ ਨਿਕਲੇ ਹੋਏ ਨੇ। ਤੇ ਜਿੰਨੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੀ ਜ਼ਮੀਰ ਬਾਦਲਾਂ ਨੇ ਖਰੀਦੀ ਹੋਈ ਆ। ਉਹ ਤਾਂ ਇੱਕ ਸੀਰੀਆਂ ਤੋਂ ਵੀ ਭੈੜੇ ਬਣ ਕੇ ਰਹਿ ਗਏ ਨੇ ਕਿ ਉਹ ਮਾੜੇ ਨੂੰ ਮਾੜਾ, ਚੰਗੇ ਨੂੰ ਚੰਗਾ ਕਹਿ ਹੀ ਨਹੀਂ ਸਕਦੇ। ਉਹ ਤਾਂ ਇੰਨੇ ਕੁ ਨਿੰਦਕ ਬਣ ਗਏ ਨੇ, ਕੰਡੇ ਨੂੰ ਫੁੱਲ ਦੱਸਦੇ ਨੇ ਤੇ ਫੁੱਲ ਨੂੰ ਕੰਡਾ ਦੱਸਦੇ ਨੇ। ਜੇ ਬਾਦਲ ਬਤੌਆਂ ਨੂੰ ਬਤੌਂ ਕਹਿ ਦੇ ਤੇ ਬਤੌਂ ਕਹਿਣਗੇ, ਜੇ ਬਾਦਲ ਬਤੌਆਂ ਨੂੰ ਉਹ ਕਹਿ ਦੇਵੇ ਵੀ ਇਹ ਖਰਬੂਜੇ ਨੇ ਤੇ ਖਰਬੂਜਾ ਕਹਿ ਦੇਣਗੇ। ਇਹ ਲੋਕਾਂ ਦੀ ਪਰਵਾਹ ਨਹੀਂ ਕਰਨਗੇ। ਇਹ ਉਸ ਟੱਬਰ ਦਾ ਖਿਆਲ ਰੱਖਣ ਵਾਲੇ ਲੋਕ ਨੇ। ਇਸ ਲਈ ਉਹਨਾਂ ਦੇ ਲਿਫਾਫਿਆਂ 'ਚੋਂ ਨਿਕਲੇ ਹੋਏ ਜਥੇਦਾਰ, ਮੈਂਬਰ ਤੇ ਆ ਜੋ ਵੀ ਉਹ ਸਾਰਾ ਢਾਂਚਾ ਸ਼੍ਰੋਮਣੀ ਕਮੇਟੀ ਦਾ ਬਣਦਾ ਹੈ, ਜਦੋਂ ਜਿੰਨਾ ਚਿਰ ਇਹ ਸਿਆਸੀ ਲੋਕ ਰਹਿਣਗੇ ਕਾਬਜ਼, ਉਹਨਾਂ ਚਿਰ ਉਹ ਕਹਿੰਦੇ ਨੇ ਭੰਡਾ ਭੰਡੋਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲਾ ਦੂਜੀ ਤਿਆਰ, ਇੱਦਾਂ ਹੀ ਚੱਲਦਾ ਰਹਿਣਾ। 4.5 ਸਾਲਾਂ ਵਿੱਚ ਇਹਨਾਂ ਤੋਂ ਕੰਪਲੀਟ ਨਹੀਂ ਹੋਈ ਬੇਅਦਬੀ ਗੋਲੀकांड ਦੀ ਤਫਤੀਸ਼, ਤੇ ਹੁਣ ਦੁਬਾਰਾ ਫਿਰ 6 ਮਹੀਨੇ ਦਾ ਸਮਾਂ ਲੈ ਲਿਆ, ਦੁਬਾਰੇ ਫਿਰ ਸਿੱਟ ਬਣਾਤੀ। ਕਿਸ ਤਰ੍ਹਾਂ ਦੇਖ ਰਹੇ ਹੋ, ਕੀ ਲੱਗਦਾ ਇਨਸਾਫ ਮਿਲੂਗਾ ਕਿ ਨਹੀਂ? ਇੱਥੋਂ ਇਨਸਾਫ ਦੀ ਆਸ ਕੋਈ ਨਹੀਂ ਰੱਖੀ ਜਾ ਸਕਦੀ, ਖਾਸ ਕਰਕੇ ਕੈਪਟਨ ਸਾਹਿਬ ਤੋਂ। ਤੇ ਬਾਦਲ ਕਿਤੇ ਦੋਸ਼ੀ ਨੇ, ਤੇ ਜਿਹੜੇ ਤੀਜੇ ਵੀ ਕੋਈ ਆਉਣ ਨੂੰ ਫਿਰਦੇ ਹੋਣਗੇ, ਆਸ ਉਹਨਾਂ ਤੋਂ ਵੀ ਨਹੀਂ ਰੱਖੀ ਜਾ ਸਕਦੀ। ਗੁਰੂ ਪੰਥ ਦੇ ਲਈ, ਚਾਹੇ ਉਹ 84 ਦਾ ਕਾਂਡ ਹੋਵੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ, ਚਾਹੇ ਉਹ ਪੰਜਾਬ ਦੀਆਂ ਹੋਰ ਸਮੱਸਿਆਵਾਂ ਹੋਣ, ਇਹਨਾਂ ਤੋਂ ਸਾਨੂੰ ਕੋਈ ਆਸ ਨਹੀਂ। ਹੁਣ ਤਾਂ ਇਹ ਵੀ ਕਹਿਣਾ ਪੈ ਰਿਹਾ ਕਿ ਉਦੋਂ ਸਰਕਾਰਾਂ ਤੋਂ ਬਾਅਦ ਕੋਈ ਪੁਲਿਸ ਪ੍ਰਸ਼ਾਸਨ, ਕੋਈ ਕੋਰਟ, ਕੋਈ ਕਚਹਿਰੀ, ਕੋਈ ਹਾਈ ਕੋਰਟ, ਸੁਪਰੀਮ ਕੋਰਟ, ਸਾਡਾ ਤਾਂ ਉੱਥੋਂ ਵੀ ਵਿਸ਼ਵਾਸ ਉੱਠ ਰਿਹਾ ਵੀ ਹੁਣ ਸਾਨੂੰ ਉੱਥੋਂ ਵੀ ਕੋਈ ਇਨਸਾਫ ਮਿਲਣ ਦੀ ਆਸ ਨਹੀਂ। ਜੋ ਗੋਲੀकांड ਹੋਇਆ ਸੀ ਉੱਥੇ ਅਫਸਰਾਂ ਨੂੰ ਜਿਹੜਾ ਹੈਗਾ ਲਾਈਨ ਹਾਜ਼ਰ ਕਰ ਦਿੱਤਾ ਗਿਆ, ਅਸਲੀ ਜੜ ਤਾਂ ਫੜੀ ਹੋਣੀ। ਇਹ ਸ਼ੁਰੂ ਤੋਂ ਰਿਹਾ ਜੀ, ਜਿਹੜੀਆਂ ਬੇਈਮਾਨ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਇਜ਼ ਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਗੁਰੂ ਸਾਹਿਬ ਦੇ ਜਿਹੜੇ ਬਚਨ ਨੇ, ਇਹ ਹਮੇਸ਼ਾ ਹੀ ਇਹ ਪਾਲਿਸੀ ਖੇਡਦੇ ਆਏ ਕਿ ਤੁਹਾਡਾ ਧਿਆਨ ਬਦਲਣ ਲਈ, ਹਟਾਉਣ ਲਈ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਰ ਦਿੰਦੇ ਨੇ ਵੀ ਕਰਿੰਦੇ ਘੁੱਟ ਦਿਓ, ਸ਼ਰੀਕ ਛੱਡ ਦਿਓ। ਨਿਸ਼ਾਨਾ ਕਿੱਥੋਂ ਆਇਆ, ਉਹ ਚੀਜ਼ ਲਾਂਭੇ ਕਰ ਦਿਓ, ਥੱਲੇ ਵਾਲੇ ਮੁਲਾਜ਼ਮ 2-4 ਗੱਡੀ ਚੜ੍ਹ ਦਿਓ, ਉਦੋਂ ਬਾਅਦ ਉਹਨਾਂ ਨੂੰ ਬਹਾਲ ਕਰ ਦਿਓ। ਪਰ ਵੱਡੇ ਮਗਰਮੱਛ ਜਿਹੜੇ ਨੇ ਉਹ ਬਚਾ ਲਏ ਜਾਂਦੇ ਨੇ। ਤੇ ਉਹੀ ਕੁਛ ਉੱਥੇ ਬਰਗਾੜੀ 'ਚ ਹੋਇਆ ਵੀ ਜਿਹੜੇ ਥੱਲੇ ਵਾਲੇ ਸੀ, 2-4 ਉਹ ਅੱਖਾਂ 'ਚ ਮਿੱਟੀ ਪਾਉਣ ਲਈ ਲਾਈਨ ਹਾਜ਼ਰ ਕਰ ਲਏ, ਪਰ ਜਿਹੜੇ ਵੱਡੇ ਮਗਰਮੱਛ ਸੀ ਉਹ ਪਰਦੇ ਦੇ ਪਿੱਛੇ ਕੀਤੇ ਗਏ। ਬੇਅਦਬੀ ਨੂੰ ਲੈ ਕੇ ਕਾਂਗਰਸ ਸਰਕਾਰ ਵਿੱਚ ਵੀ ਘਸਮਾਣਾ ਤੇ ਮੰਤਰੀ ਕੈਪਟਨ ਦੇ ਖਿਲਾਫ ਨੇ, ਸਿੱਧੂ ਵੀ ਕਾਫੀ ਖਿਲਾਫ ਬੋਲ ਰਿਹਾ, ਕਿਸ ਤਰ੍ਹਾਂ ਦੇਖਦੇ ਹੋ? ਇਹ ਤਾਂ ਮੈਂ ਇਸ ਤਰ੍ਹਾਂ ਵੇਖਦਾ ਕਿ ਜੇਕਰ ਪੰਜਾਬ ਦੇ ਮੰਤਰੀਆਂ ਨੇ ਕੈਪਟਨ ਦੇ ਖਿਲਾਫ ਫੈਸਲਾ ਲੈ ਕੇ ਬਹੁਮਤ ਦੇ ਨਾਲ ਪੰਜਾਬ ਦੇ ਲੋਕਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਕਰ ਲਿਆ ਤੇ ਆਪਣੀ ਤੇ ਪਾਰਟੀ ਦੀ ਜੜ ਬਚਾ ਕੇ ਤੇ ਪੀੜ੍ਹੀਆਂ ਤੇ ਮੂੰਹ ਤੇ ਲੱਗਣ ਵਾਲੀ ਕਾਲਖ ਤੋਂ ਬਚ ਸਕਦੇ ਨੇ। ਅਗਰ ਉਹ ਐਸਾ ਕਰ ਨਾ ਸਕੇ ਵੀ ਕੈਪਟਨ ਦੇ ਅੱਗੇ ਉਹ ਹਾੜੇ ਹੀ ਕੱਢਦੇ ਨੇ, ਬਹੁਮਤ ਹਾਸਲ ਨਹੀਂ ਉਹਦੇ ਅੱਗੇ ਰੱਖ ਸਕੇ ਵੀ ਅਸੀਂ ਲਾ ਵੀ ਸਕਦੇ ਹਾਂ ਤੈਨੂੰ, ਜਾਂ ਉਹ ਕੋਈ ਫੈਸਲਾ ਨਾ ਲੈ ਸਕੇ, ਤਾਂ ਜਿੱਥੇ ਇਹਨਾਂ ਦਾ ਬੋਰੀਆ ਬਿਸਤਰਾ ਗੋਲ ਹੋਊਗਾ, ਪਾਰਟੀ ਦਾ ਵੀ ਹੋਊਗਾ, ਉਦੋਂ ਬਾਅਦ ਇਹਨਾਂ ਦੀਆਂ ਪੀੜ੍ਹੀਆਂ ਦੇ ਉੱਤੇ ਇੱਕ ਦਾਗ ਬੜਾ ਵੱਡਾ ਲੱਗੂਗਾ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦੋਸ਼ੀ ਫੜਨ 'ਚ ਅਸਮਰੱਥ ਰਹੇ ਨੇ, ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕ ਆਸ ਕੀ ਕਰ ਸਕਦੇ ਸੀ ਤੇ ਗਾਂਹ ਕੀ ਕਰ ਸਕਣਗੇ। ਇਹ ਇਤਿਹਾਸ ਨੂੰ ਇਹਨਾਂ ਦੀ ਮਰਜ਼ੀ ਹੈ, ਇਹਨਾਂ ਨੇ ਆਪਣੇ ਕਾਲੇ ਅੱਖਰਾਂ 'ਚ ਲਿਖਣਾ ਹੈ ਕਿ ਉਹਨਾਂ ਨੇ ਸੁਨਹਿਰੀ ਅੱਖਰਾਂ 'ਚ ਲਿਖਣਾ ਹੈ। ਇਹ ਇਹਨਾਂ 'ਤੇ ਨਿਰਭਰ ਕਰਦਾ ਹੈ ਕਿ ਇਹ ਹੁਣ ਕੀ ਕਰ ਸਕਦੇ ਆ। ਵਡਾਲਾ ਸਾਹਿਬ, ਸਿੱਧੂ ਬਿਲਕੁਲ ਖਿਲਾਫ ਬੋਲ ਰਿਹਾ ਹੈਗਾ ਤੇ ਜਿਹੜਾ ਹੈਗਾ ਉਸ 'ਤੇ ਰੇਡ ਪੈ ਜਾਂਦੀ ਹੈ ਵਿਜੀਲੈਂਸ ਦੀ, ਕਿਸ ਤਰ੍ਹਾਂ ਦੇਖਦੇ ਹੋ? ਬੋਲਣ ਨੂੰ ਤਾਂ ਮੈਂ ਵੀ ਬੋਲ ਰਿਹਾ ਜੀ, ਹੋਰ ਵੀ ਬੋਲਦੇ ਆ। ਕਰਨ ਦੀ ਜਿਹੜੀ ਗੱਲ ਹੈ ਉਹ ਉਹਨਾਂ ਨੂੰ ਸਾਹਮਣੇ ਰੱਖਣੀ ਚਾਹੀਦੀ ਵੀ ਇਕੱਲਾ ਬੋਲੋ ਹੀ ਨਾ, ਕਰੋ ਵੀ। ਜੇ ਅੱਜ ਉਹ ਰੇਟ ਪਾਉਂਦੇ ਨੇ ਜਾਂ ਕਰਦੇ ਨੇ, ਇਹ ਸ਼ਾਮ ਦਾਮ ਦੰਡ ਭੇਦ ਅਕਸਰ ਸਰਕਾਰਾਂ ਵਰਤਦੀਆਂ ਆਈਆਂ ਨੇ। ਤੇ ਸਿੱਧੂ ਸਾਹਿਬ ਵਰਗਿਆਂ ਨੂੰ ਇਹਨਾਂ ਦੀ ਕੀ ਪਰਵਾਹ? ਜੇ ਬੰਦੇ ਦੇ ਕੋਲੇ ਇਮਾਨਦਾਰੀ ਹੈ ਨਾ,
ਉਹਨੂੰ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ, ਭਾਵੇਂ ਹਜ਼ਾਰਾਂ ਲੱਖਾਂ ਜੋ ਮਰਜ਼ੀ ਚੜ੍ਹ ਕੇ ਲੈ ਆਉਣ, ਫਲਾਣੀ ਜਾਂਚ ਝੁਮਕੜੀ ਜਾਂਚ, ਕੀ ਉਹ ਕਿਤੇ ਚਿੱਟਾ ਵੇਚਦੇ ਨੇ। ਅਤੇ ਇਸ ਲਈ ਉਹਨਾਂ ਨੂੰ ਜੇ ਵਾਕਈ ਇਮਾਨਦਾਰੀ ਨਾਲ ਉਹ ਕਾਰਜ ਕਰ ਰਿਹਾ ਤੇ ਫਿਰ ਉਹ ਡਟਣ ਤਗੜੇ ਹੋ ਕੇ, ਭੱਜਣ ਨਾ। ਜੇ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ ਪਿਆਰ ਲੈਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਈ ਉਹ ਮੈਦਾਨੇ ਜੰਗ ਵਿੱਚ ਆਉਣ। ਤੇ ਬਿਆਨਾਂ ਦੇ ਨਾਲ ਤੇ ਸਾਰੇ ਰੁਝਾਈ ਜਾਂਦੇ ਨੇ। ਉਹਨੇ ਵੀ ਬਿਆਨ ਦੇਤਾ, ਉਹਨੇ ਵੀ ਦੇਤਾ, ਪਰ ਬਿਆਨਾਂ ਨੂੰ ਅਸੀਂ ਕੀ ਕਰ ਸਕਦੇ ਹਾਂ ਵੀ ਉਹ ਤਾਂ ਸਾਰੇ ਦੇਈ ਜਾਂਦੇ ਨੇ। ਵਡਾਲਾ ਸਾਹਿਬ, ਤੁਸੀਂ ਕਹਿ ਰਹੇ ਹੋ ਇਨਸਾਫ ਦੀ ਕੋਈ ਆਸ ਨਹੀਂ। 4.5 ਸਾਲ ਪਹਿਲਾਂ ਨਿਕਲ ਗਏ, 6 ਮਹੀਨੇ ਦਾ ਫਿਰ ਸਮਾਂ ਉਹ ਵੀ ਨਿਕਲ ਗਿਆ ਨਾ, ਫਿਰ ਇਨਸਾਫ ਕਿਵੇਂ ਮਿਲੂਗਾ? ਕਿਸ ਤਰ੍ਹਾਂ ਮੰਨਦੇ ਹੋ ਵੀ ਕਿਵੇਂ ਲੈਣਾ ਪਊਗਾ ਸਿੱਖ ਸੰਗਤ ਨੂੰ? ਇਨਸਾਫ ਮਿਲਦੇ ਨਹੀਂ ਆ। ਜਿਹੜੇ ਲੋਕ ਸਰਕਾਰਾਂ 'ਚ ਰਹਿ ਕੇ ਲੋਕਾਂ ਨਾਲ ਬੇਇਨਸਾਫੀ ਕਰਦੇ ਨੇ ਤੇ ਬੇਇਨਸਾਫੀ ਦੀਆਂ ਵੱਜੀਆਂ ਹੋਈਆਂ ਜੁੱਤੀਆਂ ਦੇ ਮੁਆਵਜ਼ੇ ਦਿੰਦੇ ਨੇ, ਇਨਸਾਫ ਨਹੀਂ ਦਿੰਦੇ। ਤੇ ਅੱਜ ਜੇ ਸਿੱਖਾਂ ਨੇ ਮੁਆਵਜ਼ਾ ਲੈਣਾ ਹੈ ਤੇ ਫਿਰ ਹੋਰ ਗੱਲ ਹੈ। ਜੇ ਇਨਸਾਫ ਲੈਣਾ ਹੈ ਤਾਂ ਫਿਰ ਉਹ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਤੋਂ ਆਜ਼ਾਦ ਕਰਾਉਣ, ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਬਹਾਲ ਕਰਨ, ਫਕਰੇ ਕੌਮ ਇਸ ਟੱਬਰ ਤੋਂ ਵਾਪਸ ਲੈਣ। ਜਦੋਂ ਅਸੀਂ ਸਰਕਾਰ ਦੇ ਸਾਹਮਣੇ ਸਰਕਾਰ ਬਣ ਕੇ ਬੈਠਾਂਗੇ। ਇਨਸਾਫ ਚੰਦੂ ਉਦੋਂ ਭੇਟਾ ਹੁੰਦੇ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਤੇ ਲਾਹੌਰ 'ਚ ਅਕਾਲ ਤਖਤ ਸਾਹਿਬ ਜੀ ਸਿਰਜਣਾ ਕਰਦਾ। ਇਸ ਲਈ ਅੱਜ ਅਕਾਲ ਤਖਤ ਸਾਹਿਬ ਨੂੰ ਇਹਨਾਂ ਤੋਂ ਆਜ਼ਾਦ ਕਰਾਉਣ ਦੀ ਜ਼ਰੂਰਤ ਹੈ। ਜਿੱਦਣ ਅਕਾਲ ਤਖਤ ਸਾਹਿਬ ਆਜ਼ਾਦ ਹੋਇਆ, ਅਕਾਲੀ ਫੂਲਾ ਸਿੰਘ ਬਹਾਲ ਹੁੰਦਾ ਹੈ, ਇਨਸਾਫ ਆਪਣੇ ਆਪ ਪੈਰਾਂ 'ਚ ਹੁੰਦੇ ਨੇ, ਸਿੱਖ ਲੈਣਾ ਜਾਣਦੇ ਨੇ। ਤੇ ਬੇਨਤੀ ਕਰਾਂਗਾ ਕਿ ਇਹਨਾਂ ਤੋਂ ਇਨਸਾਫ ਦੀ ਆਸ ਨਾ ਰੱਖ ਕੇ ਖੁਦ ਇਨਸਾਫ ਲੈਣ ਲਈ ਮੈਦਾਨੇ ਜੰਗ ਵਿੱਚ ਨਿਕਲੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਪਹਿਲਾਂ ਬਾਦਲ ਕੇ ਕੱਢੋ, ਅਕਾਲ ਤਖਤ ਸਾਹਿਬ ਨੂੰ ਰਾਜਨੀਤੀ ਤੋਂ ਵੱਖ ਕਰੋ, ਤਾਂ ਜੋ ਅਸੀਂ ਸਿੱਖਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਇਨਸਾਫ ਜਿਹੜਾ ਅਸੀਂ ਖੁਦ ਲੈ ਸਕੀਏ। ਉਹਨਾਂ ਚਿਰ ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। 6 ਮਹੀਨੇ ਦਾ ਅਜੇ ਵੀ ਬਾਕੀ ਆ ਕੈਪਟਨ ਸਰਕਾਰ ਦਾ ਪਿਆ 6 ਮਹੀਨੇ ਦਾ, ਕੀ ਅਪੀਲ ਕਰਨਾ ਚਾਹੁੰਦੇ ਹੋ ਲਾਸਟ ਵਿੱਚ ਤੁਸੀਂ? ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ 6 ਮਹੀਨੇ ਬਚੇ ਨੇ ਤੁਹਾਡੇ ਕੋਲੇ, ਤੁਹਾਡੀ ਮਰਜ਼ੀ ਹੈ। ਆਪਣੇ ਪਟਿਆਲੇ ਘਰਾਣੇ ਦੇ ਇਤਿਹਾਸ ਨੂੰ ਕਲੰਕਿਤ ਕਰਨਾ ਹੈ ਕਿ ਸੁਨਹਿਰੀ ਅੱਖਰਾਂ 'ਚ ਲਿਖਣਾ ਹੈ। ਪਟਿਆਲੇ ਘਰਾਣੇ ਨੂੰ ਇਹ ਦੱਸਣਾ ਹੈ ਕਿ ਇਹ ਗੁਰੂ ਪੰਥ ਦਾ ਸਿੱਖ ਹੈ ਕਿ ਬਾਦਲਾਂ ਦਾ ਸਿੱਖ ਹੈ, ਤੁਹਾਡੇ ਹੱਥ 'ਚ ਹੈ। ਪੋਥੀ ਫੜ ਕੇ ਸਹੁੰ ਖਾ ਕੇ ਇਨਸਾਫ ਦੀ ਗੱਲ ਕਰਨ ਵਾਲਿਆਂ, ਤੁਸੀਂ ਸਹੁੰ ਖਾ ਕੇ 6 ਮਹੀਨਿਆਂ ਨੂੰ ਸਰਕਾਰ ਤੋਂ ਵੀ ਲੈ ਜਾਣਾ ਤੇ ਪਤਾ ਨਹੀਂ ਰੱਬ ਦਾ ਬੁਲਾਵਾ ਵੀ ਕਦੋਂ ਆ ਜਾਏ। ਪਾਪਾਂ ਦੀ ਪੰਡ ਲੈ ਕੇ ਜਾਣੀ ਹੈ ਕਿ ਗੁਣਾਂ ਦਾ ਖਜ਼ਾਨਾ ਨਾਲ ਲੈ ਕੇ ਜਾਣਾ ਹੈ, ਮਰਜ਼ੀ ਤੁਹਾਡੀ ਹੈ। ਉਦੋਂ ਬਾਅਦ ਆਪਣੀ ਪਾਰਟੀ ਦੀਆਂ ਜੜ੍ਹਾਂ ਪੁੱਟਣੀਆਂ ਨੇ ਜਾਂ ਲਾਉਣੀਆਂ ਨੇ। ਪਟਿਆਲੇ ਘਰਾਣੇ ਨੂੰ ਤੁਸੀਂ ਕਿੰਨਾ ਕੁ ਉਹ ਜਿਹੜਾ ਪੁਰਾਣਾ ਗੁਰੂ ਸਾਹਿਬ ਤੋਂ ਢਿੱਡ ਵਜਾ ਕੇ ਰਾਜ ਲੈਣ ਵਾਲੀ ਗੱਲ ਸੀ, ਪੁਸ਼ਤਾਂ ਦੇ ਰਾਜ ਬਹਾਲ ਕਰਨੇ ਨੇ ਕਿ ਜੜ੍ਹਾਂ ਪੁੱਟ ਕੇ ਜਾਣੀਆਂ? ਮਹੀਨੇ 6 ਹੀ ਨੇ, ਮਰਜ਼ੀ ਤੁਹਾਡੀ ਹੈ। ਗੁਰੂ ਕਿਰਪਾ ਕਰੇ, ਅਗਰ ਤੇ ਕੈਪਟਨ ਸਾਹਿਬ ਫੈਸਲਾ ਲੈ ਲੈਂਦੇ ਨੇ ਤੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਚਲਿਆ, ਇਕੱਠੇ ਕਰਕੇ ਟੋਕਰੀ 'ਚ ਪਾਏ ਜਾ ਸਕਦੇ ਨੇ। ਜੇ ਨਹੀਂ ਤੇ ਜੇ ਬਾਦਲ ਕਿਆਂ ਦੇ ਨਹੀਂ ਇੱਥੇ ਇਤਿਹਾਸ ਲਿਖੇ ਗਏ ਤੇ ਇਹ ਜ਼ਰੂਰ ਲਿਖਿਆ ਜਾਣਾ ਹੈ ਵੀ ਤੁਹਾਡੇ ਪੁੱਤ ਪੋਤਰਿਆਂ ਨੂੰ ਤੇ ਸਾਡੇ ਪੁੱਤ ਪੋਤਰਿਆਂ ਨੂੰ। ਲੋਕ ਪੁੱਛਿਆ ਕਰਨਗੇ, ਕਾਕਾ ਤੂੰ ਕਿਹਨਾਂ 'ਚੋਂ ਆ? ਕਹਿੰਦਾ ਜੀ ਬਾਦਲ ਕਿਆਂ 'ਚੋਂ। ਅੱਛਾ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਸਰੂਪ ਵੇਚ ਕੇ ਖਾ ਗਏ, ਜਿਨ੍ਹਾਂ ਨੇ ਬਰਗਾੜੀ 'ਚ ਕਾਂਡ ਕਰਵਾਏ, ਕਾਕਾ ਤੂੰ ਕਿਹਨਾਂ 'ਚੋਂ ਆ? ਉਹ ਕਹਿੰਦਾ ਜੀ ਕੈਪਟਨ ਕਿਆਂ 'ਚੋਂ। ਅੱਛਾ, ਜਿਨ੍ਹਾਂ ਨੇ ਚੋਰਾਂ ਦਾ ਸਾਥ ਦੇ ਕੇ ਚੋਰ ਬਣੇ ਤੇ ਤੀਜੇ ਨੂੰ ਪੁੱਛਣਗੇ ਕਾਕਾ ਤੂੰ ਕਿਹਨਾਂ 'ਚੋਂ? ਉਹ ਕਹੂਗਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਮੋਰਚੇ ਲਾ ਕੇ ਲੜਨ ਵਾਲਾ। ਫਿਰ ਉੱਥੇ ਦੇਖਿਓ ਇਤਿਹਾਸ ਵਿੱਚ ਤੁਹਾਡੀਆਂ ਦੋਵਾਂ ਦੀਆਂ ਮੁਸ਼ਕਾਂ ਵੱਜਣਗੀਆਂ ਤੇ ਤੀਸਰੇ ਨੂੰ ਜਾ ਕੇ ਸਨਮਾਨ ਜਿਹੜਾ ਮਾਨ ਹੈ ਉਹ ਪ੍ਰਾਪਤ ਹੋਣਾ ਹੈ। ਇਹ ਹੱਥ ਤੁਹਾਡੇ ਹੈ ਕਿ ਮਹੀਨੇ ਤੁਹਾਡੇ ਕੋਲ 6 ਨੇ, ਚਾਹੇ ਆਪਣੀਆਂ ਜੜ੍ਹਾਂ ਪੁੱਟ ਲਓ ਤੇ ਚਾਹੇ ਲਾ ਲਓ। ਤੇ ਰਹੀ ਗੱਲ ਸਾਡੀ, ਅਸੀਂ ਜੇ ਤੁਸੀਂ ਪੋਥੀ ਫੜ ਕੇ ਸਹੁੰ ਖਾ ਕੇ ਲੋਕਾਂ ਨੂੰ ਬੁੱਧੂ ਬਣਾਉਣਾ ਜਾਣਦੇ ਹੋ, ਅਸੀਂ ਪੋਥੀ ਪੜ੍ਹ ਕੇ ਲੋਕਾਂ ਨੂੰ ਜਾਗਰੂਕ ਕਰਕੇ ਤੇ ਉਹਨਾਂ ਨੂੰ ਤੁਹਾਡੇ ਤੱਕ ਲਿਆਉਣਾ ਵੀ ਜਾਣਦੇ ਹਾਂ। ਆਓ ਆਉਣ ਵਾਲੇ 6 ਮਹੀਨਿਆਂ 'ਚ ਗੁਰੂ ਕਿਰਪਾ ਕਰੇ ਕਿ ਕੈਪਟਨ ਸਾਹਿਬ ਕੀ ਕਰਦੇ ਆ ਤੇ ਸਿੱਖ ਆਪਣੇ ਆਪ ਵਿੱਚ ਕੀ ਕਰਦੇ ਆ, ਇਹ ਸਮੇਂ ਦੀ ਗੋਦ ਵਿੱਚ ਹੈ।
ਇਹ ਸਨ ਭਾਈ ਬਲਦੇਵ ਸਿੰਘ ਵਡਾਲਾ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੂੰ ਆੜੇ ਹੱਥੀ ਲਿਆ ਅਤੇ ਕੈਪਟਨ ਸਰਕਾਰ ਨੂੰ ਨਸੀਹਤ ਦਿੱਤੀ ਆ ਵੀ 6 ਮਹੀਨੇ ਅਜੇ ਵੀ ਬਾਕੀ ਨੇ, ਤੁਸੀਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਓ। ਨਾਭਾ ਤੋਂ ਭੁਪਿੰਦਰ ਸਿੰਘ, ਗਲੋਬਲ ਪੰਜਾਬ ਟੀਵੀ ਲਈ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।